ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਪਰਮ ਸਨਮਾਨਯੋਗ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ।
ਸਤਿਗੁਰੂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਦੀ ਵਾਰ ਦੇ ਵਿੱਚੋਂ ਇਹ ਚੌਥੀ ਪੌੜੀ ਹੈ ਕਿ ਜਿਹੜਾ ਹੁਕਮ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਵੀ ਸਰਵਣ ਕੀਤਾ ਹੈ, ਕਿਉਂਕਿ ਸ਼ਬਦ ਲੰਬੇਰਾ ਹੈ ਔਰ ਇਸ ਕਰਕੇ ਸਾਰਾ ਨਹੀਂ ਪੜ੍ਹਿਆ ਕਿ ਨਾਲ ਦੀ ਨਾਲ ਅਰਥ ਕਰਾਂਗੇ, ਨਾਲ ਦੀ ਨਾਲ ਪੜ੍ਹਾਂਗੇ। ਅੰਗ ਨੰਬਰ 643 644 ਦੇ ਉੱਤੇ ਸਭਾਇਮਾਨ ਹੈ। ਪੂਰੇ ਇਸ ਪੌੜੀ ਦੇ ਨਾਲ 2 ਸ਼ਲੋਕ ਨੇ, ਜਿਹੜੇ ਦੋਵੇਂ ਸ਼ਲੋਕ ਤੀਸਰੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਪਹਿਲੇ ਸ਼ਲੋਕ ਦੇ ਵਿੱਚ ਜੋ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ ਹੈ ਕਿ ਇਹ ਜਿਹੜੀ ਮਾਇਆ ਹੈ, ਮਮਤਾ ਰੂਪੇ ਮਾਇਆ ਮਨ ਨੂੰ ਮੋਹ ਲੈਣ ਵਾਲੀ, ਇਹਦੇ ਦੰਦ ਕੋਈ ਨਹੀਂ, ਪਰ ਦੰਦਾਂ ਤੋਂ ਬਿਨਾਂ ਸਾਰੇ ਜਗਤ ਨੂੰ ਇਹਨੇ ਖਾਧਾ ਹੋਇਆ ਹੈ। ਔਰ ਇਹ ਮਾਇਆ ਜਗਤ ਨੂੰ ਕਿਵੇਂ ਖਾਂਦੀ, ਕਿਹੜੇ ਕਿਹੜੇ ਸੰਸਾਰ ਨੂੰ ਖਾ ਗਈ। ਸੰਸਾਰ ਦੇ ਵਿੱਚ ਕੌਣ ਨੇ ਮਾਇਆ ਕਿਹਾ ਕਿਹਨੂੰ ਹੈ, ਕਿਉਂਕਿ ਜੇ ਵਿਚਾਰ ਸਾਰੀ ਕਰੀਏ ਤੇ ਬਹੁਤ ਸਮਾਂ ਲੱਗਦਾ ਹੈ ਔਰ ਕੇਵਲ ਥੋੜ੍ਹੇ ਜਿਹੇ ਮਾਇਆ ਨੂੰ ਭਾਵੇਂ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ, ਬਾਣੀ ਦੇ ਵਿੱਚ ਬਹੁਤ ਥਾਵਾਂ 'ਤੇ ਸਮਝਾਇਆ ਹੈ, ਪਰ ਜਦੋਂ ਕਿਤੇ ਮਾਇਆ ਦਾ ਨਾਂ ਆਵੇ ਔਰ ਮਾਇਆ ਸਾਨੂੰ ਲੱਗਦਾ ਕਿ ਕੇਵਲ ਰੁਪਈਆ ਪੈਸਾ ਹੈ, ਕਿ ਕੇਵਲ ਸੋਨਾ ਚਾਂਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਮਾਇਆ ਹੈ ਕੀ, ਮਾਇਆ ਕਹਿੰਦੇ ਕਿਹਨੂੰ ਨੇ, ਇਹ ਮਾਇਆ ਮਨੁੱਖ ਨੂੰ ਲੱਗਦੀ ਕਦੋਂ ਤੋਂ ਹੈ। ਤੇ ਸਵਾਲ ਕਈ ਨੇ ਕਿ ਮਾਇਆ ਕੀ ਇਕੱਲੇ ਕੇਵਲ ਮਨੁੱਖ ਮਾਤਰ ਨੂੰ ਲੱਗਦੀ ਹੈ, ਕਿਉਂਕਿ ਜੇ ਸਵਾਲ ਅੰਦਰ ਪੈਦਾ ਹੋਣਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਹਰ ਇੱਕ ਸਵਾਲ ਦਾ ਜਵਾਬ ਦਿੰਦੀ ਹੈ। ਕਿਉਂਕਿ ਭਾਵੇਂ ਕਥਾ ਕਰਨ ਲੱਗਿਆ ਉਦਾਹਰਨਾਂ ਬਾਹਰੋਂ ਵੀ ਕਈ ਤਰ੍ਹਾਂ ਦੀਆਂ ਲਈਆਂ ਜਾਂਦੀਆਂ ਨੇ, ਪਰ ਜਦੋਂ ਕਿਤੇ ਵਿਚਾਰ ਕਰੀਏ ਸਤਿਗੁਰੂ ਦੀ ਬਾਣੀ, ਆਪਣੀ ਬਾਣੀ ਦੇ ਗੁਰੂ ਸਾਹਿਬ ਜੀ ਆਪ ਹੀ ਵਿਆਖਿਆ ਕਰਦੇ ਨੇ। ਔਰ ਗੁਰੂ ਦੀ ਬਾਣੀ ਗੁਰੂ ਤੋਂ ਇਸ ਪੁੱਛਣੀ ਹੈ। ਫਿਰ ਸਤਿਗੁਰੂ ਜੀ ਨੇ ਜਦੋਂ ਪੁੱਛਿਆ ਕਿ ਮਾਇਆ ਕੀ ਹੈ, ਮਾਇਆ ਕਹਿੰਦੇ ਕਿਹਨੂੰ ਨੇ, ਔਰ ਸਤਿਗੁਰੂ ਦਾ ਇੱਕ ਪਾਵਨ ਬਚਨ ਹੈ, ਪਹਿਲੋਂ ਇਹ ਸਵਾਲ ਕੀਤਾ ਗਿਆ ਕਿ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਹੁਣ ਇਸ ਪੰਕਤੀ 'ਚ 2 ਸਵਾਲ ਨੇ ਕਿ ਮਾਇਆ ਕਿਆ ਕਿਹਨੂੰ ਹੈ, ਕਿ ਕੇਵਲ ਕਰੰਸੀ ਮਾਇਆ ਹੈ। ਤੇ ਜੇ ਮਾਇਆ ਦੀ ਸਮਝ ਲੱਗ ਜੇ ਫਿਰ ਦੂਸਰੀ ਗੱਲ ਇਹ ਕਿ ਮਾਇਆ ਕੰਮ ਕਿਹੜਾ ਕਿਹੜਾ ਕਰਦੀ ਹੈ। ਹੁਣ ਇਹ ਸਵਾਲ ਕੀਤਾ ਤਾਂ ਸਤਿਗੁਰੂ ਜੀ ਨੇ ਫਿਰ ਅਗਲੀ ਪੰਕਤੀ 'ਚ ਜਵਾਬ ਦਿੱਤਾ ਕਿ ਸਿੱਖਾਂ ਤੋਂ ਪੁੱਛ ਤੇ ਸਹੀ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਸਤਿਗੁਰੂ ਜੀ ਕਹਿੰਦੇ ਨੇ ਦੁੱਖ ਸੁੱਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਬਸ ਇਹ ਦੁੱਖ ਸੁੱਖ ਦੇ ਵਿੱਚ ਬੱਝਿਆ ਹੋਇਆ, ਹਉਮੈ ਦੇ ਵਿੱਚ ਕੀਤੇ ਹੋਏ ਕਰਮ ਹੀ ਮਾਇਆ ਹੈ। ਹੁਣ ਇਹ ਮਾਇਆ ਕਿਵੇਂ ਦੀ ਹੈ, ਮਾਇਆ ਵਿਆਪਦੀ ਕਦੋਂ ਹੈ। ਤੇ ਜਦੋਂ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹੈ, ਮਾਇਆ ਮਮਤਾ ਮੋਹਣੀ, ਮਨ ਨੂੰ ਮੋਹ ਲੈਣ ਵਾਲੀ ਹੈ। ਔਰ ਇਵੇਂ ਦੀ ਮੋਹਦੀ ਹੈ ਕਿ ਵਿਣ ਦੰਤਾ ਜਗ ਖਾਇਆ, ਬਿਨਾਂ ਦੰਦਾਂ ਤੋਂ ਹੀ, ਦੰਦ ਵੀ ਕੋਈ ਨਹੀਂ ਪਰ ਖਾ ਵੀ ਸਾਰਿਆਂ ਨੂੰ ਗਈ। ਫਿਰ ਧੰਨ ਗੁਰੂ ਅਮਰਦਾਸ ਜੀ ਤੋਂ ਪੁੱਛੇ ਕਿ ਮਾਇਆ ਕਹਿੰਦੇ ਕਿਹਨੂੰ ਨੇ, ਮਾਇਆ ਹੈ ਕੀ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਆਪਾਂ ਰੋਜ਼ ਪੜ੍ਹਦੇ ਹਾਂ, ਉਹਦੇ 'ਚ ਮਾਇਆ ਦੀ ਪਰਿਭਾਸ਼ਾ ਦਿੱਤੀ ਹੈ ਕਿ ਅਸਲ ਵਿੱਚ ਮਾਇਆ ਕਿਆ ਕਿਹਨੂੰ ਕਿਹਾ ਹੈ। ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੈਸੇ ਅਗਨ ਉਧਰ ਮਹਿ ਤੈਸੇ ਬਾਹਰ ਮਾਇਆ। ਬਸ ਇੰਨੀ ਗੱਲ ਸਮਝ ਲਓ ਕਿ ਜਿਵੇਂ ਮਾਂ ਦੇ ਉਦਰ ਦੀ ਅੱਗ ਹੈ
ਉਸੇ ਤਰ੍ਹਾਂ ਦੀ ਬਾਹਰ ਦੀ ਇਹ ਮਾਇਆ ਹੈ। ਇਹ ਮਾਇਆ ਮਾਤਾ ਦੇ ਉਦਰ ਦੀ ਅੱਗ ਦੀ ਤਰ੍ਹਾਂ ਹੈ। ਤੇ ਸਤਿਗੁਰੂ ਜੀ ਵਿਆਪਦੀ ਕਦੋਂ ਤੋਂ ਹੈ? ਹੁਣ ਮਾਇਆ ਕਿਆ ਕਿਹਨੂੰ ਹੈ? ਪਹਿਲੋਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਜੈਸੇ ਅਗਨ ਉਦਰ ਮੈਂ ਹੈ ਤੈਸੇ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਆਪ ਕੋ ਆਇਆ। ਹੁਣ ਮਾਇਆ ਤੇ ਅੱਗ ਕਹਿੰਦੇ ਨੇ ਇੱਕੋ ਜੀ। ਤੇ ਅੱਗ ਜੇ ਸਾਹਮਣੇ ਬਲਦੀ ਹੋਵੇ ਬਾਹਰ ਦੀ ਅੱਗ, ਉਹਦੇ ਵਿੱਚ ਕੁਝ ਵੀ ਪਾ ਦਈਏ ਜਾਂ ਆਪਣੇ ਆਪ ਡਿੱਗ ਜੇ ਤੇ ਦੇਖੋ ਫਿਰ ਅੱਗ ਕੀ ਕਰਦੀ? ਸੜਦੀ ਹੈ ਨਾ। ਔਰ ਵੇਖਦੇ ਵੇਖਦੇ ਮਿੰਟਾਂ 'ਚ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਦੇ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਹੈ, ਇਹ ਅੰਦਰ ਦੀ ਅੱਗ ਹੈ। ਮਾਇਆ ਬਾਹਰੋਂ ਸਾੜ ਕੇ ਇਹ ਅੱਗ ਬਾਹਰੋਂ ਸਾੜ ਕੇ ਸੁਆਹ ਕਰਦੀ, ਤੇ ਮਾਇਆ ਅੰਦਰੋਂ ਆਤਮਿਕ ਜੀਵਨ ਨੂੰ ਸਾੜ ਕੇ ਸੁਆਹ ਕਰਦੀ ਹੈ। ਮਾਇਆ ਅਗਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਫਿਰ ਇਹ ਮਾਇਆ ਕਦੋਂ ਤੋਂ ਲੱਗੀ? ਕਹਿੰਦੇ ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਹੁਣ ਸਵਾਲ ਇਹ ਕਿ ਕਦੋਂ ਤੋਂ ਲੱਗੀ? ਕਹਿੰਦੇ ਰੱਬ ਜੀ ਜਦੋਂ ਤੈਨੂੰ ਪਾਇਆ ਤੇਰਾ ਭਾਣਾ ਵਾਪਰਿਆ। ਇਸ ਮਨੁੱਖ ਦਾ ਬਾਲਕ ਦਾ ਪਰਿਵਾਰ ਦੇ ਵਿੱਚ ਜਨਮ ਹੋਇਆ, ਪਰਿਵਾਰ ਨੇ ਬੜਾ ਭਲਾ ਮਨਾਇਆ, ਬੜੀਆਂ ਖੁਸ਼ੀਆਂ ਮਨਾਈਆਂ। ਹੁਣ ਦੇਖੋ ਜੇ ਭਾਣਾ ਸ਼ਬਦ ਗੁਰੂ ਸਾਹਿਬ ਜੀ ਕਹਿੰਦੇ ਨੇ ਜਨਮ ਹੋਇਆ ਤੇਰੇ ਭਾਣੇ ਵਿੱਚ ਹੀ ਹੋਇਆ ਨਾ, ਤੈਨੂੰ ਪਾਇਆ ਤੇ ਤਾਂ ਹੋਇਆ। ਪਰਿਵਾਰ ਨੇ ਭਲਾ ਮਨਾਇਆ, ਬੜੀਆਂ ਖੁਸ਼ੀਆਂ ਮਨਾਈਆਂ। ਪਰ ਕਹਿੰਦੇ ਨੇ ਜਿਹੜਾ ਸੰਸਾਰ ਦੇ ਵਿੱਚ ਆਇਆ ਉਹਨੂੰ ਦੇਖੋ ਉਸੇ ਵੇਲੇ ਮਾਇਆ ਵਿਆਪ ਗਈ, ਕਿਉਂਕਿ ਉਹਨੂੰ ਨਹੀਂ ਪਤਾ ਮਾਇਆ। ਬੱਚਾ ਥੋੜ੍ਹਾ ਜਿਹਾ ਵੱਡਾ ਵੀ ਹੋ ਜਾਏ, ਉਹਨੂੰ ਨੋਟ 100 ਦਾ ਫੜਾਓ ਚਾਹੇ 2000 ਦਾ ਫੜਾਓ, ਉਹਦੇ ਵਾਸਤੇ ਖੇਡ ਹੈ। ਉਹਦਾ ਚਿੱਤ ਕਰੇਗਾ ਤਾਂ ਖੇਡਦਾ ਰਹੇਗਾ, ਨਹੀਂ ਤਾਂ ਪਾੜ ਕੇ ਉਹ ਵਗਾਏਗਾ, ਮੂੰਹ 'ਚ ਪਾ ਲੇਗਾ। ਪਰ ਮਾਇਆ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਨੂੰ ਵਿਆਪ ਗਈ, ਜੰਮਦੀ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਕਿ ਜਨਮ ਲੈਂਦਿਆਂ ਨਾਲ ਹੀ ਕਿਹੜੀ ਤ੍ਰਿਸ਼ਨਾ ਲੱਗ ਗਈ ਜੀ। ਕਿਉਂਕਿ ਤ੍ਰਿਸ਼ਨਾ ਸ਼ਬਦ ਵੀ ਕਈ ਵਾਰੀ ਲੱਗਦਾ ਕਿ ਪਤਾ ਨਹੀਂ ਤ੍ਰਿਸ਼ਨਾ ਇਹ ਕੋਈ ਹੋਸ਼ ਸੰਭਾਲੇ ਵੱਡਾ ਹੋਵੇ ਤੇ ਤਾਂ ਉਹਨੂੰ ਕਿਹਾ ਜਾਂਦਾ ਕਿ ਬੜੀ ਤ੍ਰਿਸ਼ਨਾ, ਮਾਇਆ ਦੇ ਪਿੱਛੇ ਭੱਜੇ ਫਿਰਦਾ ਹੈ। ਤੇ ਜੰਮਦਿਆਂ ਨੂੰ ਕਿਹੜੀ ਤ੍ਰਿਸ਼ਨਾ, ਕਿਹੜੀ ਮਾਇਆ ਲੱਗ ਗਈ ਜੀ। ਹੁਣ ਸਤਿਗੁਰੂ ਜੀ ਕਹਿੰਦੇ ਨੇ ਲਿਵ ਛੁੱਟ ਕੇ ਲੱਗੇ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਨੇ ਜੰਮਦਿਆਂ ਨਾਲ ਹੀ ਆਪਣਾ ਹੁਕਮ ਵਰਤਾ ਦਿੱਤਾ। ਮਾਇਆ ਇਹ ਕਹਿ ਲਈਏ ਕਿ ਮਾਇਆ ਕੋਈ ਛੋਟੀ ਜਿਹੀ ਤਾਕਤ ਨਹੀਂ। ਜਦੋਂ ਸਤਿਗੁਰੂ ਜੀ ਦੀ ਬਾਣੀ ਪੜ੍ਹੀਏ ਤੇ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਦਿੱਤੀ ਹੈ ਕਿ ਮਾਇਆ ਉਸ ਰੱਬ ਦਾ ਹੀ ਦੂਸਰਾ ਨਾਂ ਕਹਿ ਲਈਏ। ਇਹ ਕਹਿ ਲਈਏ ਕਿ ਮਾਇਆ ਉਸ ਰੱਬ ਦੀ ਪਰਛਾਈ ਹੈ। ਔਰ ਗੁਰੂ ਸਾਹਿਬ ਜੀ ਤੇ ਕਹਿੰਦੇ ਨੇ ਜਿੰਨੀ ਸ੍ਰਿਸ਼ਟੀ ਬਣੀ, ਸੰਸਾਰ ਪੈਦਾ ਹੋਇਆ, ਇਹ ਰੱਬ ਤੋਂ ਤੇ ਰੱਬ ਦੇ ਉਸ ਬਣਾਈ ਹੋਈ ਮਾਇਆ ਦੇ ਸੁਮੇਲ ਤੋਂ ਪੈਦਾ ਹੋਇਆ, ਦੋਵਾਂ ਤੋਂ ਪੈਦਾ ਹੋਇਆ। ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆ ਪੀਣੇ ਆਪ ਸਾਜਿਓ, ਆ ਪੀਣੇ ਰਚਿਓ ਨਾਉ। ਦੋਈ ਕੁਦਰਤ ਸਾਜੀ ਹੈ, ਦੋਈ ਕੁਦਰਤ ਕਹਿ ਲਈਏ, ਦੂਜੇ ਮਾਇਆ ਕਹਿ ਲਈਏ। ਮਾਇਆ ਸਾਜੀ ਤੇ ਫਿਰ ਇਸ ਮਾਇਆ ਦੇ ਸੰਜੋਗ ਨਾਲ ਹੀ ਇਹ ਸ੍ਰਿਸ਼ਟੀ ਪੈਦਾ ਹੋਈ, ਵਿੱਚ ਆਪ ਹੀ ਬੈਠਾ ਹੋਇਆ ਹੈ। ਹੁਣ ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਲਿਵ ਛੁੱਟ ਗਈ, ਮਾਇਆ ਨੇ ਅਮਰ ਕੀ ਵਰਤਾਇਆ ਜੀ ਕਿ ਲਿਵ ਛੁੱਟ ਗਈ, ਬਸ ਲਿਵ ਤੋੜ ਦਿੱਤੀ, ਇਹੀ ਮਾਇਆ ਹੈ। ਔਰ ਧੰਨ ਗੁਰੂ ਅਮਰਦਾਸ ਜੀ ਉੱਤੇ ਪਰਿਭਾਸ਼ਾ ਦਿੰਦੇ ਨੇ, ਕਹਿੰਦੇ ਇਹ ਮਾਇਆ, ਸਤਿਗੁਰੂ ਕਹਿੰਦੇ ਭਾਈ ਇਹੀ ਤੇ ਮਾਇਆ ਹੈ। ਲਿਵ ਤੋੜ ਦਿੱਤੀ, ਲਿਵ ਟੁੱਟ ਗਈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਬਸ ਇਸੇ ਨੂੰ ਮਾਇਆ ਕਿਹਾ ਕਿ ਜਦੋਂ ਕਿਸੇ ਹੋਰ ਪਾਸੇ ਮੋਹ ਪੈ ਜੇ, ਰੱਬ ਦੇ ਵੱਲੋਂ ਲਿਵ ਟੁੱਟ ਜੇ, ਉੱਧਰੋਂ ਧਿਆਨ ਟੁੱਟ ਜੇ, ਇਸੇ ਨੂੰ ਤੇ ਮਾਇਆ ਕਿਹਾ ਹੈ। ਫਿਰ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੇ ਮਾਇਆ ਦੇ ਮੋਹ ਨੇ ਸਭ ਨੂੰ ਖਾ ਲਿਆ ਹੈ ਤੇ ਇਹ ਤੋਂ ਕੋਈ ਬਚਦਾ ਵੀ ਹੈ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਬਸ ਜਿੰਦੇ ਤੇ ਗੁਰੂ ਦੀ ਕਿਰਪਾ ਹੋ ਜਾਏ, ਜਿਹੜਾ ਗੁਰੂ ਦੀ ਕਿਰਪਾ ਨੂੰ ਲੈ ਲੇ, ਗੁਰੂ ਦੀ ਸ਼ਰਨ ਵਿੱਚ ਆ ਜਾਏ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ। ਗੁਰੂ ਦੀ ਕਿਰਪਾ ਨਾਲ ਜਿਹੜੇ ਸੰਸਾਰ ਦੇ ਵਿੱਚ ਆ ਕੇ ਵੀ ਉਹਦੇ ਨਾਲ ਲਿਵ ਲੱਗੀ ਰਹੀ,
ਉਹਨੂੰ ਨਹੀਂ ਭੁੱਲੇ। ਉਹਨਾਂ ਨੇ ਮਾਇਆ ਦੇ ਵਿੱਚ ਰਹਿ ਕੇ ਵੀ ਰੱਬ ਨੂੰ ਪਾ ਲਿਆ, ਪ੍ਰਾਪਤ ਕਰ ਲਿਆ। ਹੁਣ ਇਹ ਮਾਇਆ ਜਨਮ ਤੋਂ ਵਿਆਪਕ ਜੀ, ਜੰਮਦੇ ਲੱਗ ਗਈ ਤੇ ਕਿਵੇਂ ਲੱਗੀ, ਕਿਉਂ ਲੱਗੀ? ਜਦੋਂ ਇਹ ਸਵਾਲ ਪੁੱਛਾਂਗੇ ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ। ਜਦੋਂ ਸਤਿਗੁਰੂ ਜੀ ਦੀ ਬਾਣੀ ਪਹਿਰੇ ਸਿਰਲੇਖ ਹੇਠਾਂ ਪੜ੍ਹਨ ਦੇ ਦੂਸਰਾ ਪਹਿਰਾ, ਔਰ ਦੂਸਰਾ ਪਹਿਰ ਗੁਰੂ ਸਾਹਿਬ ਨੇ ਕਿਹਾ ਇਹਨੂੰ ਪਹਿਲਾ ਪਹਿਰ ਜੀਵਨ ਦਾ ਉਹ ਜਿਹੜਾ ਮਾਤਾ ਦੇ ਉਦਰ ਵਿੱਚ ਗੁਜ਼ਾਰ ਦਿੱਤਾ। ਦੂਜਾ ਪਹਿਰ ਉਹ ਜਿਹੜਾ ਜਨਮ ਤੋਂ ਲੈ ਕੇ ਜਿਹਨੂੰ ਬਚਪਨ ਤੱਕ ਕਹਿ ਦਿੱਤਾ। ਉੱਥੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਤੇ ਆਣ। ਆਉਂਦੇ ਨਾਲ ਹੀ ਵਿਸਰ ਗਿਆ ਜੀ। ਕਹਿੰਦੇ ਹਾਂ ਤੇ ਕਿਉਂ ਵਿਸਰਿਆ? ਅੱਗੋਂ ਜਵਾਬ ਦਿੱਤਾ ਹੈ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸਤਾ ਘਰ ਕਾਣ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਮਾਤ ਕਹਿ ਸੁਤ ਮੇਰਾ। ਬਸ ਇੱਥੇ ਮਾਇਆ ਲੱਗ ਗਈ। ਜਦੋਂ ਮੇਰਾ ਮੈਂ ਮੇਰੇ ਦੀ ਆਵਾਜ਼ ਕੰਨਾਂ ਦੇ ਵਿੱਚ ਫੂਕ ਪਈ, ਉਹ ਮਾਇਆ ਲੱਗ ਗਈ। ਹੁਣ ਇਹ ਮਾਇਆ ਉੱਤੇ ਵਿਆਪ ਗਈ। ਔਰ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ, ਕਹਿੰਦੇ ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ। ਇਹ ਜੰਮਦਿਆਂ ਜਿਹੜੇ ਮੂੰਹ ਦੇ ਵਿੱਚ ਫਸ ਗਿਆ, ਕਿਤੇ ਚੇਤੇ ਕਰ, ਸਮਝੇ, ਸੁਣ, ਸੋਚ ਵਿਚਾਰ। ਤੇਰਾ ਕੋਈ ਨਹੀਂ, ਤੂੰ ਤਾਂ ਕਹਿ ਦਿੱਤਾ ਮੇਰਾ ਪੁੱਤਰ, ਮੇਰੀ ਧੀ, ਮੇਰਾ ਮਾਂ, ਮੇਰਾ ਪਿਓ, ਪਰ ਤੇਰਾ ਕੋਈ ਨਹੀਂ। ਇਹਦੇ ਵਿਚਾਰ ਕਰ। ਇਹ ਮਾਇਆ ਲੱਗੀ ਹੈ। ਇਹ ਮਾਇਆ ਹੁਣ ਵਿਆਪੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਪਾਵਨ ਬੋਲ ਕਹੇ ਨੇ ਕਿ ਸਭ ਨੂੰ ਪਤਾ ਜਦੋਂ ਬੱਚੇ ਦਾ ਜਨਮ ਹੋਇਆ, ਬੱਚਾ ਰੋਂਦਾ ਹੈ। ਔਰ ਜੇ ਨਾ ਰੋਵੇ ਫਿਰ ਦਾਈ ਜਾਂ ਜੇ ਡਾਕਟਰ ਨਰਸਾਂ ਨੇ ਉਹ ਵੇਖਦੇ ਨੇ ਕਿ ਬੱਚਾ ਠੀਕ ਵੀ ਹੈ, ਰੋਇਆ ਕਿਉਂ ਨਹੀਂ। ਜੇ ਨਹੀਂ ਰੋਇਆ ਤਾਂ ਉਹਨੂੰ ਪੁੱਠਾ ਸਿੱਧਾ ਕਰਕੇ ਪੈਰਾਂ 'ਤੇ ਥੋੜ੍ਹਾ ਜਿਹਾ ਕਿਤੇ ਭਾਵੇਂ ਉਹਨੂੰ ਚੱਲ ਮਾਰ ਕੇ ਕਿਸੇ ਤਰ੍ਹਾਂ ਰੋਣਾ ਪਏ ਕਿ ਰੋਵੇ ਤਾਂ ਠੀਕ ਹੈ। ਪਰ ਜੇ ਉਸ ਡਾਕਟਰ ਨੂੰ ਪੁੱਛੀਏ ਕਿ ਬੱਚਾ ਰੋਂਦਾ ਕਿਉਂ ਹੈ, ਵੀ ਜਨਮ ਲੈਂਦਿਆਂ ਨਾਲ, ਤੇ ਡਾਕਟਰ ਕੋਲ ਸ਼ਾਇਦ ਜਵਾਬ ਇਹੀ ਹੋਏਗਾ ਕਿ ਜਨਮ ਦੀ ਪੀੜਾ ਕਰਕੇ ਰੋਂਦਾ ਹੈ। ਪਰ ਕਦੇ ਵਿਚਾਰ ਕਰਕੇ ਦੇਖੀਏ, ਜੇ ਸਰਜਰੀਅਨ ਹੋਇਆ, ਵੱਡਾ ਆਪਰੇਸ਼ਨ ਹੋਇਆ, ਡਾਕਟਰਾਂ ਨੇ ਪੇਟ ਪਾੜ ਕੇ ਬੱਚੇ ਨੂੰ ਆਰਾਮ ਨਾਲ ਕੱਢ ਲਿਆ, ਉਦੋਂ ਕਿਹੜੀ ਪੀੜ ਹੋਈ ਜੀ? ਪਰ ਬੱਚਾ ਫਿਰ ਵੀ ਰੋਇਆ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਸਮਝਾਉਂਦੇ ਨੇ ਕਿ ਅਸਲ ਵਿੱਚ ਲੋਕਾਂ ਦੀ ਨਜ਼ਰ ਨਾਲ ਜਨਮ ਦੀ ਪੀੜ ਹੈ, ਤਾਂ ਰੋਂਦਾ ਹੈ। ਬੱਚਾ ਰੋ ਰਿਹਾ, ਬੱਚੇ ਵੱਲੇ ਕਿਸੇ ਦੀ ਨਿਗਾਹ ਨਹੀਂ ਜਾਂਦੀ ਕਿ ਠੀਕ ਹੈ। ਹੁਣ ਇੱਕ ਦੂਜੇ ਦੇ ਮੂੰਹ 'ਚ ਮਠਿਆਈਆਂ ਪਾਈਆਂ ਜਾਂਦੀਆਂ, ਵਧਾਈਆਂ ਦਿੱਤੀਆਂ ਜਾਂਦੀਆਂ, ਪਰਿਵਾਰ ਖੁਸ਼ੀ ਮਨਾ ਰਿਹਾ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਕਦੇ ਉਸ ਬੱਚੇ ਨੂੰ ਪੁੱਛ ਕੇ ਦੇਖੋ ਭਾਈ ਤੂੰ ਕਿਉਂ ਰੋ ਰਿਹਾ ਹੈ? ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅਸਲ ਵਿੱਚ ਉਹ ਰੋ ਰੋ ਕੇ ਆਪਣਾ ਦੁੱਖੜਾ ਬਿਆਨ ਕਰ ਰਿਹਾ ਕਿ ਰੱਬ ਨਾਲ ਮੇਰੇ ਲਿਵ ਟੁੱਟ ਗਈ, ਉੱਥੋਂ ਵਿਛੜ ਕੇ ਆ ਗਿਆ, ਪਤਾ ਨਹੀਂ ਇਹ ਲਿਵ ਦੁਬਾਰੇ ਜੁੜੇਗੀ ਕਿ ਨਹੀਂ ਜੁੜੇਗੀ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਵਨ ਬੋਲ ਨੇ, ਕਹਿੰਦੇ ਰੋਵੈ ਰਤਨ ਗਵਾਏ ਕੈ, ਨਾਮ ਰੂਪੇ ਰਤਨ ਗਵਾ ਦਿੱਤਾ, ਲਿਵ ਛੁੱਟ ਗਈ। ਰੋਵੈ ਰਤਨ ਗਵਾਏ ਕੈ, ਮਾਇਆ ਮੋਹ ਗੁਬਾਰਾ। ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਉਹ ਆਪਣੇ ਦੁੱਖਾਂ ਨੂੰ ਰੋ ਰਿਹਾ ਹੈ ਤੇ ਪਰਿਵਾਰ ਹੱਸ ਰਿਹਾ ਕਿ ਬੜਾ ਚੰਗਾ ਹੋਇਆ। ਅੱਜ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਮਾਇਆ ਹੈ ਹੀ ਐਸੀ ਕਿ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਦੰਦ ਵੀ ਕੋਈ ਨਹੀਂ, ਫਿਰ ਵੀ ਸੰਸਾਰ ਨੂੰ ਖਾ ਗਈ। ਔਰ ਇਹ ਸਤਿਗੁਰੂ ਜੀ ਜੇ ਹੋਰ ਸਵਾਲ ਪੁੱਛੀਏ ਕਿ ਮਾਇਆ ਕੀ ਸਿਰਫ ਮਨੁੱਖ ਨੂੰ ਲੱਗਦੀ ਹੈ? ਕਿਉਂਕਿ ਗੁਰੂ ਸਾਹਿਬ ਨੇ ਤਾਂ ਪਾਵਨ ਬਚਨ ਕਿਹਾ ਸਾਰੇ ਜਗਤ ਨੂੰ ਖਾ ਗਈ, ਤੇ ਸਾਰੇ ਜਗਤ ਵਿੱਚ 84 ਲੱਖ ਨੇ, ਕੀੜੀ ਵੀ ਹੈ, ਹਾਥੀ ਵੀ ਹੈ, 84 ਲੱਖ ਜੀਵ ਨੇ। ਕੀ ਮਾਇਆ ਉਹਨਾਂ ਨੂੰ ਵੀ ਵਿਆਪਦੀ ਹੈ? ਤੇ ਬਾਬਾ ਕਬੀਰ ਜੀ ਕਹਿੰਦੇ ਬਿਲਕੁਲ ਸਭ ਨੂੰ ਵਿਆਪਦੀ ਹੈ। ਜੇ ਗੁਰੂ ਸਾਹਿਬ ਜੀ ਨੇ ਕਿਹਾ ਸਾਰੇ ਜਗਤ ਨੂੰ ਖਾ ਗਈ ਤਾਂ ਸਾਰੇ ਨੂੰ ਖਾਂਦੀ ਹੈ।
ਹੁਣ ਆਪਾਂ ਕਹਾਂਗੇ ਕਿ ਕੀੜੀ ਨੂੰ ਕਿਹੜੀ ਮਾਇਆ ਵਿਆਪ ਗਈ, ਹਾਥੀ ਨੂੰ ਕਿਹੜੀ ਮਾਇਆ ਖਾ ਗਈ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਇਸ ਮਾਇਆ ਦੇ ਭਾਵੇਂ ਦੰਦ ਨਹੀਂ, ਪਰ ਮਾਇਆ ਖਾਂਦੀ ਹੈ, ਹਾਥੀ ਨੂੰ ਵੀ ਖਾਂਦੀ, ਸਭ ਨੂੰ ਖਾਂਦੀ। ਉੱਥੇ ਬਾਬਾ ਕਬੀਰ ਜੀ ਨੇ ਭਾਵੇਂ ਕਈ ਉਦਾਹਰਨਾਂ ਦਿੱਤੀਆਂ, ਪਰ ਇੱਕ ਦੋ ਉਹਨਾਂ ਦੇ ਪਾਵਨ ਬਚਨ ਆਪਾਂ ਸਾਂਝੇ ਕਰਨੇ ਨੇ। ਜਿੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਕਾਮ ਮਾਇਆ ਕੁੰਚਰ ਕੋ ਵਿਆਪੈ ਕੁੰਚਰ ਹਾਥੀ। ਇਹ ਕਾਮ ਵੀ ਤਾਂ ਮਾਇਆ ਹੈ ਨਾ। ਕਾਮ ਦੇ ਵਸ ਵਿੱਚ ਪੈ ਕੇ ਉਹ ਐਸੇ ਖੱਡੇ 'ਚ ਡਿੱਗਦਾ ਕਿ ਕਈ ਦਿਨ ਭੁੱਖਾ ਪਾਣਾ ਉੱਥੇ ਰਹਿੰਦਾ ਹੈ। ਜਦੋਂ ਬੇਬਲ ਹੁੰਦਾ, ਬੇਹਾਲ ਹੁੰਦਾ, ਮੁਹਾਵਤ ਫੜ ਕੇ ਫਿਰ ਕੁੰਡੇ ਦੇ ਇਸ਼ਾਰੇ 'ਤੇ ਚਲਾਉਂਦਾ। ਐਸੀ ਮਾਇਆ ਵਿਆਪੀ ਕਿ ਘਰ ਘਰ ਲਿਜਾ ਕੇ ਉਹ ਮੁਹਾਵਤ ਭੀਖ ਮੰਗਦਾ ਹੈ ਕਿ ਇਹ ਕਹਿ ਲਈ ਕਿ ਉਸ ਹਾਥੀ ਤੋਂ ਮੰਗਾਉਂਦਾ ਹੈ। ਇਹ ਕਾਮ ਵਿਆਪ ਗਿਆ, ਇਹ ਮਾਇਆ ਹਾਥੀ ਨੂੰ ਵੀ ਵਿਆਪੀ। ਕਹਿੰਦੇ ਕਾਮ ਮਾਇਆ ਕੁੰਚਰ ਕੋ ਵਿਆਪੈ ਭਯੰਗਮ ਪ੍ਰਿੰਗ ਮਾਇਆ ਮੈਂ ਖਾਪੈ ਭਯੰਗਮ ਸੱਪ। ਇਹ ਸੱਪ ਨੂੰ ਵੀ ਮਾਇਆ ਲੱਗਦੀ ਹੈ। ਫਿਰ ਸੱਪ ਛੱਡੋ, ਕਹਿੰਦੇ ਭਰਿੰਗ, ਇਹ ਜਿਹੜਾ ਭਵਰਾ ਹੈ, ਭਵਰੇ ਨੂੰ ਮਾਇਆ ਲੱਗਦੀ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਮਾਇਆ 'ਚ ਤੇ ਖੱਪ ਗਏ ਨੇ। ਭਵਰਾ ਫੁੱਲ ਦੀ ਸੁਗੰਧ ਤੇ ਜਾਂ ਇੱਕ ਭੰਮਟ ਜਿਹੜਾ ਉਹ ਦੀਵੇ ਦੇ ਲਾਟ ਤੇ ਜਾ ਕੇ ਮਰਤੇ ਜਾਂਦਾ, ਇਹ ਮਾਇਆ ਹੀ ਹੈ ਨਾ। ਮਾਇਆ ਤੇ ਉਹਨਾਂ ਨੂੰ ਵੀ ਵਿਆਪ ਗਈ। ਔਰ ਬਾਬਾ ਕਬੀਰ ਜੀ ਨੇ ਕਿਰਪਾ ਕੀਤੀ ਕੇਵਲ ਮਨੁੱਖ ਨੂੰ ਨਹੀਂ, ਕਹਿੰਦੇ ਮਾਇਆ ਐਸੀ ਮੋਹਣੀ ਭਾਈ, ਮਾਇਆ ਮਮਤਾ ਮੋਹਣੀ, ਗੁਰੂ ਸਾਹਿਬ ਜੀ ਕਹਿੰਦੇ ਨੇ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਮਾਇਆ ਮਮਤਾ ਮੋਹਣੀ ਭਾਈ, ਕਹਿ ਕਬੀਰ ਜਿਸ ਉਦਰ ਤਿਸ ਮਾਇਆ। ਉੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਮਾਇਆ ਐਸੀ ਮੋਹਣੀ ਭਾਈ, ਤੇ ਕੇਵਲ ਮਨੁੱਖ ਨੂੰ ਨਹੀਂ, ਕਹਿੰਦੇ ਜੇਤੇ ਜੀ ਤੇਤੇ ਢਹਿਕਾਈ। ਜਿੰਨੇ ਜੀਵ ਪੈਦਾ ਕੀਤੇ ਸਾਰਿਆਂ ਨੂੰ ਖਾ ਗਈ। ਢਹਿਕਾਈ ਦਾ ਅਰਥ ਵੈਸੇ ਜਿਹੜਾ ਹੈ ਉਹ ਅੱਖਰੀ ਅਰਥ ਪ੍ਰੋਫੈਸਰ ਸਾਹਿਬ ਨੇ ਕੀਤਾ ਪਰਮਾਗੀ, ਸਭ ਨੂੰ ਪਰਮਾ ਲਿਆ। ਢਹਿਕਾਈ ਦੇ ਜੇ ਅਰਥੇ ਕਰੀਏ ਕਿ ਸਭ ਨੂੰ ਡਕਾਰ ਗਈ, ਸਭ ਨੂੰ ਖਾ ਗਈ। ਗੁਰੂ ਸਾਹਿਬ ਜੀ ਕਹਿੰਦੇ ਸਾਰੇ ਜਗਤ ਨੂੰ ਖਾ ਗਈ। ਜੇਤੇ ਜੇ ਤੇਤੇ ਢਹਿਕਾਈ। ਤੇ ਬਾਬਾ ਕਬੀਰ ਜੀ ਇਸ ਮਾਇਆ ਤੇ ਮੋਹ ਤੋਂ ਕੋਈ ਬਚਦਾ ਵੀ ਹੈ, ਕੋਈ ਅੱਜ ਤੱਕ ਬਚਿਆ ਵੀ ਹੈ। ਬਾਬਾ ਕਬੀਰ ਜੀ ਨੇ ਇੱਕ ਪਾਵਨ ਬਚਨ ਹੋਰ ਕਿਹਾ ਹੈ। ਇੱਥੇ ਕਹਿੰਦੇ ਨੇ ਤਬ ਛੁੱਟੇ ਜਬ ਸਾਧੂ ਪਾਇਆ, ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਜਿਹਨੂੰ ਇਹ ਸਮਝ ਲਓ ਕਿ ਢਿੱਡ ਲੱਗਿਆ ਹੈ, ਉਹਨੂੰ ਹੀ ਮਾਇਆ ਵਿਆਪੀ ਹੈ। ਹੁਣ ਕੀੜੀਆਂ ਵੇਖਦੇ ਨੇ ਕਿ ਛੋਟਾ ਛੋਟਾ ਮੂੰਹ, ਪਰ ਉਹ ਕੁਝ ਨਾ ਕੁਝ ਖਾ ਰਹੀਆਂ, ਇਕੱਠਾ ਵੀ ਕਰਦੀਆਂ, ਲਿਜਾ ਵੀ ਰਹੀਆਂ ਨੇ। ਜਿਹਨੂੰ ਢਿੱਡ ਉਧਰ ਲੱਗਿਆ ਹੈ ਉਹਨੂੰ ਹੀ ਮਾਇਆ ਹੈ, ਔਰ ਨਾਲ ਕਿਰਪਾ ਕੀਤੀ ਇਸ ਮਾਇਆ ਤੋਂ ਛੁੱਟਦੇ ਵੀ ਨੇ। ਔਰ ਛੁੱਟਦਾ ਕੇਵਲ ਮਨੁੱਖ ਹੈ, ਢਿੱਡ ਤੇ ਮਨੁੱਖ ਨੂੰ ਵੀ ਲੱਗਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ ਕਹਿ ਕਬੀਰ ਜਿਸ ਉਦਰ ਤਿਸ ਮਾਇਆ, ਤਬ ਛੁੱਟੇ ਜਬ ਸਾਧੂ ਪਾਇਆ। ਉਦੋਂ ਛੁੱਟਦਾ ਹੈ ਜਦੋਂ ਗੁਰੂ ਮਿਲਦਾ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਇਹ ਨਹੀਂ ਕਿ ਮੇਰੇ ਕੋਲ ਮਾਇਆ ਆਈ ਨਹੀਂ। ਸਤਿਗੁਰੂ ਦਾ ਪਾਵਨ ਬਚਨ ਆਪਾਂ ਪੜ੍ਹਦੇ ਸੂਤਰ ਦੀ ਬਾਣੀ ਵਿੱਚ ਵੀ, ਕਿ ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਰੰਗੇ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਉਪਾਈ। ਇਹ ਕੋਈ ਮਾਇਆ ਇੱਕ ਦਿਨ ਤੋਂ ਥੋੜ੍ਹਾ, ਰੰਗੇ ਰੰਗੀ ਕਈ ਰੰਗਾਂ ਦੀ ਹੈ, ਭਾਂਤੀ ਕਈ ਭਾਤਾਂ ਦੀ ਹੈ, ਇਹ ਕਈ ਕਿਸਮਾਂ ਦੀ ਹੈ। ਔਰ ਬਾਬਾ ਕਬੀਰ ਜੀ ਕਹਿੰਦੇ ਨੇ ਕਈ ਰੰਗ ਬਦਲ ਕੇ, ਕਈ ਕਿਸਮਾਂ ਬਦਲ ਕੇ, ਕਈ ਜਿਨਸਾਂ ਬਣ ਕੇ ਸਾਹਮਣੇ ਆਈ। ਕਦੇ ਧੀ ਬਣ ਕੇ ਆਈ, ਕਦੇ ਪੁੱਤਰ ਬਣ ਕੇ ਆਇਆ, ਕਦੇ ਘਰ ਵਾਲੀ ਬਣ ਕੇ ਆਈ, ਕਦੇ ਮਾਂ ਬਣ ਕੇ ਆਈ। ਇਹ ਸਾਰੀ ਮਾਇਆ ਹੀ ਹੈ ਨਾ ਜੀ। ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਆਏ ਮੁਝੇ ਪਹਿ ਅਣਕ ਕਰੇ ਕਰ ਭੇਸ। ਤੇ ਕੇਵਲ ਇਹ ਮਾਂ ਪਿਓ ਸਾਰਾ ਮੋਹ ਹੀ ਨਹੀਂ, ਇਹ ਮਾਇਆ ਕਈ ਭੇਖ ਲੈ ਕੇ ਆਉਂਦੀ ਹੈ। ਇਹ ਮਾਇਆ ਕਦੇ ਕਾਮ ਦਾ ਭੇਖ ਲੈ ਕੇ ਆ ਗਈ, ਕਦੇ ਕ੍ਰੋਧ ਦਾ ਲੈ ਕੇ ਆ ਗਈ। ਔਰ ਕ੍ਰੋਧ ਇੰਨਾ ਹੈ ਕਿ ਜਦੋਂ ਕਿਤੇ ਆਉਂਦਾ ਬੰਦਾ ਫਿਰ ਸੋਚਦਾ ਥੋੜ੍ਹੀ ਹੈ। ਅਸਲ ਵਿੱਚ ਇਹ ਮਾਇਆ ਹੀ ਹੈ।
कि क्रोध ਵਿੱਚ ਆ ਕੇ ਗੁੱਸੇ ਵਿੱਚ ਆ ਕੇ ਬੰਦੇ ਦਾ ਸਾਹਮਣੇ ਵਾਲੇ ਦਾ ਤੇ ਕਤਲ ਕਰ ਦਿੱਤਾ, ਮਾਰ ਦਿੱਤਾ। ਪਰ ਸੋਚਿਆ ਥੋੜੀ ਹੈ, ਕੱਲਾ ਥੋੜੀ ਉਹ ਮਰਿਆ, ਆਪ ਮਰਿਆ, ਜੇਲ੍ਹ 'ਚ ਗਿਆ। ਪਿੱਛੇ ਘਰ ਪਰਿਵਾਰ ਜਿਹੜਾ ਸਾਰਾ ਹੀ ਉਹਦੇ ਆਸਰੇ ਤੇ ਸੀ। ਬੁੱਢਾ ਮਾਂ ਪਿਓ ਹੈ, ਘਰ ਵਾਲੀ ਹੈ, ਧੀਆਂ ਪੁੱਤਰ ਨੇ, ਕਿੰਨਿਆਂ ਨੂੰ ਮਾਰ ਗਿਆ। ਅਸਲ ਵਿੱਚ ਇਹ ਮਾਇਆ ਇਸੇ ਢੰਗ ਦੇ ਨਾਲ ਖਾਂਦੀ, ਕਾਮ ਦੇ ਰੂਪ ਵਿੱਚ, ਮੋਹ ਦੇ ਰੂਪ ਵਿੱਚ, ਲੋਭ ਦੇ ਰੂਪ ਵਿੱਚ। ਇਹ ਕਹਿ ਲਈਏ ਕਿ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਦੰਦ ਹੀ ਨੇ। ਭਾਵੇਂ ਨਜ਼ਰ ਨਹੀਂ ਆਉਂਦੇ ਪਰ ਬਿਨਾਂ ਦੰਦਾਂ ਤੋਂ ਖਾ ਗਈ। ਬਾਬਾ ਕਬੀਰ ਜੀ ਕਹਿੰਦੇ, ਮੇਰੇ ਸਾਹਮਣੇ ਵੀ ਆਈ। ਕਬੀਰ ਆਏ ਮੁਝੇ ਪਹਿ ਅਣਕ ਕਰੇ ਕਰ ਭੇਖ, ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼। ਸਾਨੂੰ ਤੇ ਸਾਡੂ ਗੁਰੂ ਨੇ ਰੱਖ ਲਿਆ, ਗੁਰੂ ਦੀ ਕਿਰਪਾ ਹੋ ਗਈ। ਜਿਵੇਂ ਰੂਪ ਧਾਰਨ ਕਰਕੇ ਆਈ ਸਾਰੇ ਤੋਂ ਬਚਾ ਲਿਆ। ਔਰ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਵੀ ਜਦੋਂ ਗੁਰੂ ਦੀ ਕਿਰਪਾ ਹੋਵੇ, ਗੁਰੂ ਥਾਪਿਤ ਹੋਵੇ, ਫਿਰ ਕਹਿੰਦੇ ਨੇ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੂਆ। ਇਹ ਮਾਇਆ ਦੇ ਰੂਪ ਨੇ ਨਾ, ਮਾਇਆ ਦੇ ਦੰਦ ਨੇ। ਇਹਨਾਂ ਨੂੰ ਵੀ ਫਿਰ ਗੁਰੂ ਦੀ ਕਿਰਪਾ ਨਾਲ ਬੰਨ੍ਹਦਾ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਾਇਆ ਕੇਵਲ ਮਨੁੱਖ ਨੂੰ ਨਹੀਂ। ਸਤਿਗੁਰੂ ਦੀ ਬਾਣੀ ਨੇ ਇੱਕ ਪਾਵਨ ਬਚਨ ਹੋਰ ਕੀਤਾ ਹੈ ਕਿ ਜਿਹਨੂੰ ਢਿੱਡ ਹੈ ਉਹਨੂੰ ਮਾਇਆ ਲੱਗੀ। ਕਹਿੰਦੇ ਕਦੇ ਗਾਵਾਂ ਨੂੰ, ਮੱਝਾਂ ਨੂੰ, ਜਿਨ੍ਹਾਂ ਨੂੰ ਸ਼ਬਦ ਵਰਤਿਆ ਜਾਂਦਾ ਆਮ ਪਿੰਡਾਂ 'ਚ ਅੱਜ ਵੀ ਵਰਤਨ, ਚੌਣਾ। ਸਤਿਗੁਰੂ ਜੀ ਕਹਿੰਦੇ ਨੇ ਚੌਣੇ ਨੂੰ ਘਾਹ ਪਾਓ, ਘਾਹ ਦੇ ਵਿੱਚ ਸੋਨਾ ਰੱਖ ਦਿਓ, ਭਾਵੇਂ ਛੋਟਾ ਜਿਹਾ ਰੱਖ ਦਿਓ, ਪਰ ਉਹ ਚੌਣੇ ਨੇ ਘਾਹ ਚੁੱਕ ਚੁੱਕ ਕੇ ਖਾ ਜਾਣਾ, ਚੌਣੇ ਸੋਨੇ ਨੂੰ ਬਿਲਕੁਲ ਖਾਣਾ ਹੀ ਨਹੀਂ। ਪਰ ਮਾਇਆ ਉਹਨਾਂ ਨੂੰ ਵੀ ਲੱਗੀ ਹੈ। ਉਹਨਾਂ ਨੂੰ ਮਾਇਆ ਕਹਿੰਦੀ, ਘਾਹ ਦੀ ਮਾਇਆ ਲੱਗੀ, ਢਿੱਡ 'ਚ ਲੱਗਿਆ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿੰਦੇ ਚੌਣੇ ਸੋਨਾ ਪਾਈਐ, ਚੁਣ ਚੁਣ ਖਾਵੈ ਘਾਸ। ਬਸ ਉਹ ਘਾਸ, ਉਹ ਘਾਹ ਹੀ ਉਹਦੇ ਵਾਸਤੇ ਮਾਇਆ ਬਣ ਗਈ। ਹੁਣ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਮਾਇਆ ਸਭ ਨੂੰ ਵਿਆਪੀ ਹੈ, ਪਰ ਇਹ ਸਮਝ ਕਿਹਨੂੰ ਆਵੇ ਮਾਇਆ ਤੋਂ ਬਚੇ ਕੌਣ। ਅੱਗੇ ਪਾਵਨ ਬਚਨ ਕਰਦੇ ਨੇ, ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਇਸ ਮਾਇਆ ਨੇ ਉਹਨਾਂ ਨੂੰ ਖਾ ਲਿਆ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ। ਪਰ ਜਿਹੜੇ ਗੁਰੂ ਦੇ ਸਨਮੁਖ ਹੋ ਗਏ, ਜਿਨ੍ਹਾਂ ਨੂੰ ਸ਼ਬਦ ਗੁਰਮੁਖ ਵਰਤਿਆ, ਉਭਰੇ, ਉਹ ਇਸ ਮਾਇਆ ਤੋਂ ਬਚ ਗਏ। ਉਹ ਬਚੇ ਜਿਨ ਸੱਚ ਨਾਮ ਚਿਤ ਲਾਇਆ, ਗੁਰਮੁਖ ਹੋ ਕੇ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਚਿੱਤ ਲਾ ਕੇ ਰੱਖਿਆ ਹੈ, ਜਿਨ੍ਹਾਂ ਦੇ ਲਿਵ ਜੁੜ ਗਈ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਹੁਣ ਨਾਮ ਤੋਂ ਬਿਨਾਂ ਸਾਰਾ ਸੰਸਾਰ ਹੀ ਕਮਲਾ ਹੈ। ਦੇਖੋ ਬੰਦਾ ਕਮਲਾ ਹੋ ਜੇ ਤੇ ਕਮਲਾ ਬੰਦਾ ਆਪਣੇ ਆਪ ਨੂੰ ਥੋੜ੍ਹੀ ਕਹਿੰਦਾ ਮੈਂ ਕਮਲਾ ਹੋ ਗਿਆ। ਪਾਗਲਖਾਨੇ ਲੈ ਜਾਓ, ਮੈਨੂੰ ਬਿਜਲੀਆਂ ਲਾਓ। ਇਹ ਤਾਂ ਘਰਦਿਆਂ ਨੂੰ, ਆਂਢ ਗੁਆਂਢ ਦੇ ਨੂੰ ਪਤਾ ਲੱਗਦਾ ਕਿ ਬਿਲਕੁਲ ਕਮਲਾ ਹੋ ਗਿਆ, ਹੁਣ ਬਿਜਲੀਆਂ ਲਗਾਉਣੀਆਂ ਪੈਣੀਆਂ ਨੇ, ਇਲਾਜ ਕਰਾਉਣੇ ਪੈਣੇ ਨੇ, ਤੇ ਫਿਰ ਪਾਗਲਖਾਨੇ ਨੇ ਛੱਡੋ ਉੱਤੇ। ਸੰਸਾਰ ਕਮਲਾ ਹੋਇਆ ਫਿਰਦਾ ਪਰ ਸਮਝ ਨਹੀਂ ਆਉਂਦੀ। ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੇ ਆਇਆ। ਜਿਹੜੇ ਗੁਰੂ ਦੇ ਸਨਮੁਖ ਹੋ ਗਏ ਉਹਨਾਂ ਨੂੰ ਨਜ਼ਰ ਆ ਗਿਆ ਕਿ ਸੰਸਾਰ ਵਾਕਈ ਕਮਲਾ ਹੈ, ਤੇ ਇਹਨਾਂ ਕਮਲਿਆਂ ਦੇ ਵਿੱਚ ਰਲ ਕੇ ਮੈਂ ਕਮਲਾ ਨਹੀਂ ਹੋਣਾ। ਉਹ ਮਾਇਆ ਤੋਂ ਬਚ ਨਿਕਲਦੇ ਨੇ। ਸੰਸਾਰ ਕਰਦਾ ਕਿ ਕਮਲਾ ਕਿਵੇਂ ਹੈ, ਕਿ ਗੁਰੂ ਸਾਹਿਬ ਜੀ ਫਿਰ ਦੱਸਦੇ ਨੇ, ਧੰਦਾ ਕਰਤਿਆ ਨਹਿ ਫੁੱਲ ਜਨਮ ਕਵਾਇਆ। ਕਿਉਂਕਿ ਕਮਲਾ ਜੋ ਹੋ ਗਿਆ, ਧੰਦਾ ਕਰਦਿਆਂ ਦਿਨ ਰਾਤ ਹਾਏ ਹਾਏ ਕਰਦਿਆਂ ਭਜਦਿਆਂ, ਧੰਦੇ ਪਿੱਟਦੇ ਜਨਮ ਕਵਾ ਗਿਆ। ਪਰ ਸੁਖ ਦਾਤਾ ਮਨ ਨਾ ਵਸਾਇਆ। ਜਿਹਨੇ ਅਸਲ ਸੁਖ ਦੇਣਾ ਸੀ, ਸਦੀਵੀ ਸੁਖ ਦੇਣਾ ਸੀ, ਮਨ 'ਚ ਵਸਾਇਆ ਹੀ ਨਹੀਂ। ਕਿਉਂਕਿ ਕਮਲਾ ਜੋ ਹੈ, ਕਮਲੇ ਨੂੰ ਸਮਝ ਨਹੀਂ ਲੱਗੀ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਕੇ ਸਮਝਾਉਂਦੇ ਨੇ, ਭਈ ਨਾਮ ਉਹਨਾਂ ਨੂੰ ਹੀ ਮਿਲਿਆ ਹੈ ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਤੋਂ ਧੁਰ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਭਾਗਾਂ ਦੇ ਵਿੱਚ ਨਾਮ ਲਿਖ ਕੇ ਭੇਜ ਦਿੱਤਾ। ਕਿਉਂਕਿ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ। ਅਸਲ ਵਿੱਚ ਸੰਸਾਰ ਵਿੱਚ ਮਨੁੱਖ ਆਇਆ
ਪਹਿਲੋਂ ਉੱਥੋਂ ਲਿਖਾ ਕੇ ਆਇਆ ਕਿ ਜਾਣਾ ਕਦੋਂ ਹੈ, ਉੱਥੇ ਸਭ ਕੁਝ ਲਿਖ ਕੇ ਆਇਆ ਕਿ ਕਰਨਾ ਕੀ ਤੇ ਕਰਾਉਣਾ ਕੀ ਹੈ। ਇਹ ਕਹਿੰਦੇ ਕਿ ਉੱਥੇ ਬਿਆਨਾ ਕਰਕੇ ਆਇਆ ਹੈ। ਗੁਰੂ ਸਾਹਿਬ ਦਾ ਪਾਵਨ ਬਚਨ ਹੈ, ਮਰਨ ਲਿਖਾਏ ਮੰਡਲ ਮਹਿ ਆਏ। ਪਰ ਜੇ ਕਰਮਾਂ ਦੇ ਨਾਲ ਹੀ ਧੁਰ ਤੋਂ ਲਿਖੇ ਹੋਏ ਕਰਮਾਂ ਕਰਕੇ ਨਾਮ ਮਿਲਣਾ ਹੈ, ਲਿਖਿਆ ਹੋਇਆ ਹੈ, ਤੇ ਸਵਾਲ ਆਏਗਾ ਫਿਰ ਕਰੀਏ ਕੀ? ਫਿਰ ਨਾ ਜਪੀਏ। ਨਹੀਂ ਫਿਰ ਸਾਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਭਾਈ ਫਿਰ ਅਰਦਾਸ ਕਰ। ਮਾਤਾ ਸੁਲੱਖਣੀ ਨੇ ਕੀਤੀ ਸੀ ਨਾ ਕਿ ਪੁੱਤਰ ਉੱਥੇ ਵੀ ਤੁਸੀਂ ਲਿਖਣੇ, ਸਾਨੂੰ ਉੱਥੇ ਨਹੀਂ ਲਿਖੇ ਤੇ ਫਿਰ ਇੱਥੇ ਲਿਖ ਦਿਓ। ਸਤਿਗੁਰੂ ਜੀ ਉੱਥੇ ਭਾਗਾਂ ਦੇ ਵਿੱਚ ਨਹੀਂ ਲਿਖਿਆ ਤੇ ਹੁਣ ਕਿਰਪਾ ਕਰਕੇ ਇੱਥੇ ਲਿਖ ਦਿਓ। ਕਿਉਂਕਿ ਅਰਦਾਸ ਹੀ ਹੈ ਨਾ, ਅਰਦਾਸ ਹੀ ਹੈ। ਆਪਣੇ ਵੱਲੋਂ ਯਤਨ ਕਰ, ਅਰਦਾਸ ਕਰ, ਗੁਰੂ ਕਰਮ ਬਦਲੇਗਾ, ਗੁਰੂ ਕਰਮ ਬਣਾਏਗਾ। ਮਹਲਾ ਤੀਜਾ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾ ਸਾਧ ਨ ਪਾਇਆ। ਇਹ ਨਾਮ ਰੂਪੀ ਅੰਮ੍ਰਿਤ ਹਿਰਦੇ ਰੂਪੀ ਘਰ ਦੇ ਵਿੱਚ ਭਰਿਆ ਪਿਆ ਹੈ, ਭਰਪੂਰ ਹੈ, ਪਰ ਮਨ ਦੇ ਪਿੱਛੇ ਚੱਲਣ ਵਾਲਿਆਂ ਨੂੰ ਸਵਾਦ ਹੀ ਨਹੀਂ ਆਇਆ। ਉਹਨਾਂ ਨੇ ਕਦੇ ਸਵਾਦ ਚੱਖਣ ਦਾ ਯਤਨ ਹੀ ਨਹੀਂ ਕੀਤਾ। ਦੇਖੋ ਬਾਬਾ ਫਰੀਦ ਜੀ, ਉਹਨਾਂ ਨੇ ਪਾਵਨ ਬਚਨ ਕਹੇ ਨੇ, ਭਾਵੇਂ ਇਤਿਹਾਸ ਵਿੱਚ ਸਾਖੀਆਂ ਦੇ ਵਿੱਚ ਜੋੜਿਆ ਵੀ ਜਾਂਦਾ ਹੈ ਕਿ 12 ਸਾਲ ਗਏ ਜੰਗਲਾਂ ਵਿੱਚ ਤਪੱਸਿਆ ਕੀਤੀ, ਫਿਰ ਆਏ, ਮਾਂ ਨੇ ਫਿਰ ਭੇਜਿਆ। ਇਹ ਆਮ ਤੌਰ 'ਤੇ ਮੰਨਿਆ ਜਾਂਦਾ ਕਿ 3 ਵਾਰੀ ਗਏ, 36 ਸਾਲ ਜੰਗਲਾਂ 'ਚ ਹੀ ਰਹੇ। ਬਾਬਾ ਫਰੀਦ ਜੀ ਆਪ ਮੰਨਦੇ ਨੇ ਕਿ ਜੰਗਲਾਂ ਵਿੱਚੋਂ ਜਾ ਕੇ ਲੱਭਦੇ ਰਹਿ ਕੇ ਰੱਬ ਜੰਗਲਾਂ ਵਿੱਚ ਹੈ। ਪਰ ਜਦੋਂ ਕਿਰਪਾ ਰੱਬ ਦੀ ਹੋਈ, ਪਰਮੇਸ਼ਰ ਦੀ ਹੋਈ, ਸਮਝ ਲੱਗੀ ਕਿ ਭਲਿਆ ਤੂੰ ਜੰਗਲਾਂ 'ਚੋਂ ਕਿਉਂ ਕੰਢੇ ਤੋੜਦਾ ਫਿਰਦਾ ਹੈ। ਵਸੇ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡਿਓ ਤੇ ਹਿਰਦੇ 'ਚ ਵਸਦਾ ਅੰਦਰੋਂ ਲੱਭ। ਜਿਹਨੂੰ ਸਤਿਗੁਰੂ ਜੀ ਦੀ ਬਾਣੀ ਰੋਜ਼ ਕਹਿੰਦੇ ਕਿ ਬੰਦੇ ਖੋਜ ਦਿਲ ਹਰ ਰੋਜ਼, ਬਾਹਰ ਨਹੀਂ ਅੰਦਰ ਲੱਭ। ਜਿਹਨੂੰ ਸਤਿਗੁਰੂ ਜੀ ਨੇ ਬੜੀਆਂ ਥਾਵਾਂ 'ਤੇ ਬਚਨ ਕਹੇ ਨੇ ਕਿ ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਭਾਲੇ ਸੋ ਭਰਮ ਭੁਲਾਹੀ। ਘਰ ਦੇ ਵਿੱਚ ਇਹ ਨਾਮ ਰੂਪੀ ਅੰਮ੍ਰਿਤ ਹਿਰਦੇ ਰੂਪੀ ਘਰ ਵਿੱਚ ਭਰਿਆ ਪਿਆ ਹੈ, ਪਰ ਮਨਮੁਖਾ ਸਾਧ ਨਾ ਪਾਇਆ। ਮਨ ਦੇ ਪਿੱਛੇ ਚੱਲਣ ਵਾਲਿਆਂ ਨੇ ਸਵਾਦ ਕਦੇ ਚੱਖੀ ਨਹੀਂ, ਜਾਣੀ। ਕਹਿੰਦੇ ਕਿਵੇਂ? ਜੇ ਕਿ ਉਦਾਹਰਨ ਦਿੰਦੇ ਨੇ, ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਕਸਤੂਰੀ ਦੀ ਤੇ ਮਿਰਗ ਦੀ ਉਦਾਹਰਨ ਦਿੱਤੀ। ਕਸਤੂਰਾ ਮਿਰਗ ਹੈ, ਨਾਭੀ ਦੇ ਵਿੱਚ ਉਹਦੇ ਕਸਤੂਰੀ ਹੈ, ਉਹਨੂੰ ਲੱਗਦਾ ਹੈ ਸ਼ਾਇਦ ਕਿਤੇ ਧਰਤੀ ਤੇ ਹੈ। ਔਰ ਕਸਤੂਰਾ ਮਿਰਗ ਜਿਹੜਾ, ਜਦੋਂ ਕਦੇ ਉਹਦੇ ਬਾਰੇ ਪੜ੍ਹੀਏ, ਉਹ ਹਿਰਨਾਂ ਦੇ ਡਾਰ ਤੋਂ ਬਿਲਕੁਲ ਵੱਖਰਾ ਰਹਿੰਦਾ ਹੈ। ਉਹ ਮੂੰਹ ਉਹਦਾ ਥੱਲੇ ਹੁੰਦਾ, ਥੱਲੋਂ ਸੁੰਘਦਾ ਜਾਂਦਾ ਕਿ ਸ਼ਾਇਦ ਕਿਤੇ ਧਰਤੀ ਤੇ ਹੈ, ਪਛਾਣਿਆ ਵੀ ਛੇਤੀ ਜਾਂਦਾ ਹੈ। ਬਸ ਕਹਿੰਦੇ ਇਸੇ ਤਰ੍ਹਾਂ ਉਹ ਰੱਬ ਦਾ, ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਹੈ ਤੇ ਅੰਦਰ, ਪਰ ਉਸ ਮਿਰਗ ਦੇ ਤਰ੍ਹਾਂ, ਹਿਰਨ ਦੇ ਤਰ੍ਹਾਂ ਭਰਮ ਦੇ ਵਿੱਚ ਪੈ ਗਿਆ ਕਿ ਸ਼ਾਇਦ ਕਿਤੇ ਬਾਹਰ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੇ ਆਪ ਖਵਾਇਆ। ਤੇ ਜਦੋਂ ਭੁਲੇਖਾ ਇਹ ਪੈ ਜੇ ਕਿ ਅੰਦਰ ਅੰਮ੍ਰਿਤ ਹੈ ਹੀ ਨਹੀਂ, ਭੁਲੇਖੇ ਦੇ ਵਿੱਚ ਪੈ ਜੇ ਕਿ ਅੰਮ੍ਰਿਤ ਅੰਦਰ ਹੈ ਹੀ ਨਹੀਂ, ਉਸ ਅੰਮ੍ਰਿਤ ਨੂੰ ਬੰਦਾ ਛੱਡ ਹੀ ਦਿੰਦਾ ਕਿ ਕਿੱਥੋਂ ਲੱਭਣਾ ਹੈ, ਕਿੱਥੋਂ ਮਿਲੇਗਾ। ਕਿ ਅੰਮ੍ਰਿਤ ਨੂੰ ਛੱਡ ਕੇ ਫਿਰ ਬਿਖ ਸੰਗ੍ਰਹਿ, ਜ਼ਹਿਰ, ਇਹ ਜ਼ਹਿਰ ਰੂਪੀ ਪਦਾਰਥਾਂ ਨੂੰ ਇਕੱਠਾ ਕਰਦਾ ਹੈ। ਅੰਮ੍ਰਿਤ ਤਜ ਬਿਖ ਸੰਗ੍ਰਹਿ, ਕਰਤੇ ਆਪ ਖਵਾਇਆ। ਨਾਲ ਹੀ ਧੰਨ ਗੁਰੂ ਅਮਰਦਾਸ ਜੀ ਤਰਸ ਵੀ ਕਰਦੇ ਨੇ ਕਿ ਜੀਵ ਦੇ ਵੀ ਕੀ ਵਸ ਹੈ। ਇਹ ਕਰਤੇ ਨੇ, ਪੈਦਾ ਕਰਨ ਵਾਲੇ ਨੇ, ਆਪ ਹੀ ਉਸ ਨੂੰ ਖੁਆਰ ਕੀਤਾ, ਸਮਝ ਹੀ ਨਹੀਂ ਲੱਗਣ ਦਿੱਤੀ। ਗੁਰਮੁਖ ਵਿਰਲੇ ਸੋਝੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਕਿਸੇ ਵਿਰਲੇ ਗੁਰਮੁਖ ਜਨ ਨੂੰ ਸੋਝੀ ਪਈ, ਸਮਝ ਲੱਗੀ ਕਿ ਬ੍ਰਹਮ ਅੰਦਰ ਹੈ, ਔਰ ਮੇਰੇ ਰੱਬ ਨੇ, ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੂੰ ਅੰਦਰੋਂ ਉਹ ਬ੍ਰਹਮ, ਉਹ ਰੱਬ ਵਿਖਾ ਦਿੱਤਾ। ਉਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਸਨ, ਹੈਣ ਵਿਰਲੇ ਨਾ ਹੀ ਘੜੇ। ਕਿਸੇ ਵਿਰਲੇ ਨੂੰ ਸਮਝ ਲੱਗੇ ਜਿਹੜਾ ਗੁਰਮੁਖ ਹੋ ਗਿਆ। ਤਨ ਮਨ ਸ਼ੀਤਲ ਹੋਇਆ, ਰਸਨਾ ਹਰ ਸਾਧ ਆਇਆ। ਤੇ ਜਿਹਨੂੰ ਸਮਝ ਲੱਗ ਗਈ, ਇਕੱਲਾ ਮਨ ਹੀ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਨੇ ਤਨ ਮਨ ਸ਼ੀਤਲ ਹੋਇਆ। ਤਨ ਵੀ ਤੇ ਮਨ ਵੀ ਦੋਵੇਂ ਸ਼ੀਤਲ ਹੋ ਗਏ, ਸ਼ਾਂਤ ਹੋ ਗਏ।
क्यों जी कहते रसना हर साध आया, रसना तो कोई सी, हुण नाम का स्वाद आ गया, उस अमृत का स्वाद चख लिया। शब्दे ही ना उपजै शब्दे मेल मिलाया। सतगुरु जी फिर समझाते हैं भाई शब्द के राही ही ये नाम अंदरों उपजना है कि तू बाहरों नहीं मिलना। शब्दे ही नाउ उपजै, उपजे का अर्थ जानते ना पैदा होना है, कि तो बाहरों नहीं मिलना, अंदरों पैदा होना है शब्द के राही, गुरु के शब्द के ज्ञान के राही। शब्द मेल मिलाया और गुरु के इस ज्ञान ने ही उस अंदर बैठे रब के नाल मेल करवाना है। बिन शब्द है सब जग प्योराना, बिरथा जन्म गवाया, क्योंकि शब्द के विचार नहीं की, शब्द के नाल जुड़े नहीं। इस करके सारा संसार बौरियां की तरह, कमलियां की तरह तुरया फिरता है और बिरथा जन्म गवाया। इस संसार में आके एडा कीमती जन्म मिले, उन्होंने व्यर्था गवा के चला गया। अमृत एको शब्द है नानक गुरमुख पाया। अमृत है कि जेड़ा अमृत लभना है। धन गुरु अमरदास जी कहते हैं भुलेखे में ना प्याओ भाई, अमृत एको शब्द है, वो शब्द ही अमृत है, तो शब्द के राही ही अमृत मिलना है। अमृत एको शब्द है नानक गुरमुख पाया, पर ये शब्द शब्द रूपी अमृत गुरमुख बन के गुरु के सन्मुख हो के शब्द के राही ही मिलता है। पौड़ी पौड़ी सतगुरु धन गुरु रामदास जी के बचन ने, सो हर पुरख अगम है कहो कित बित पाइए। हुण जेड़े गुरु की कृपा नाल वो ब्रह्म दिसदा है, नज़र आउंदा है, अंदर बैठे हुए दे नाल मिलाप हुंदा है। धन गुरु रामदास जी कहते हैं सो पुरख हर, सो हर पुरख अगम है। उस रब तक उस पुरख तक पहुँचा नहीं जा सकता। अगम का अर्थ है जेड़ा ज्ञान इंद्रियां तो पहुँच तो पर है, जितों तक पहुँच हो ही नहीं सकती। सो हर पुरख अगम है कहो कित बित पाइए। फिर उन्होंने किवें पाइए, जितों तक पहुँचे ही नहीं जा सकता, गमे ही नहीं जा सकता, किवें पाइए। हुण धन गुरु रामदास जी की कृपा भी करके समझाते हैं, कहते तिस रूप न रेख अदृष्ट। जेड़े रब का कोई रूप ही नहीं, कोई रेख ही नहीं, जेड़ा है ही अदृष्ट, जिन्हों वेखे नहीं जा सकता। कहो जन क्यों ध्याइए, कि विचार करके देखो भाई उन्होंने किवें ध्याइए, किवें सिमरन करिए। क्योंकि जिहड़ी अखां नाल चीज़ वेखी होवे छेती चेते रहिंदी है, असल विच ये माया है। पर जिहड़ा नज़र ही नहीं आउंदा उन्होंने किवें ध्याइए। निरंकार निरंजन हर अगम, वो जिहड़ा निरंकार है जिंदा आकार कोई नहीं। निरंजन जिहड़ा माया दे कारक तो निर्लेप है। हर अगम जिथों तक पहुँचा नहीं जा सकता। गुरु साहब जी फिर कहते ने क्या कह गुण गाइए, उस रब के बारे की कहिए भाई, की कह के उनके गुण गाइए, किवें सिफत करिए। जिस आप बुझाए आप सो हर मार्ग पाइए। कहते जे ये विचार करांगे तो सानू समझ लगनी नहीं कि किवें गुणां नूं गाइए, किवें उनके गुण कहिए। धन गुरु रामदास जी कहते हैं जिंदे ते गुरु आप कृपा करके गल समझा दे। जिस आप बुझाए, बुझाए का अर्थ समझा दे। सो हर मार्ग पाइए, उस इस हरे रब के मार्ग ते वो पैंदा जिन्हों गुरु कृपा करके समझा दे, ये समझ दे दे, ज्ञान बख्श दे। जिस आप बुझाए आप सो हर मार्ग पाइए, गुर पूरै वेखालिया गुर सेवा पाइए। हुण पौड़ी दे विच देखो सारी विचार करके कि जिन्हों वेख्या नहीं जा सकता, जिनका रूप ही कोई नहीं, रंग ही कोई नहीं, आकार ही कोई नहीं, गुरु ने कृपा की वो रब भी विखा दिता जिन्हों वेखे नहीं जा सकता। गुर पूरे विखालिया, क्योंकि गुरु ने समझ दे दी कि उन्होंने वेख्या नहीं जाना भाई, उन्होंने महसूस किया जा सकता है। फुलों के विच सुगंध है, सुगंध कभी किसी ने वेखी है? जे को कहे कि मैं रब के दर्शन कर ले, मैनू रब मिल गया, तो ये समझ लो बिल्कुल झूठ ही कह रहा है।
फुल्लां दे विच ही सुगंध है ना जी। पोहप में जैसे बास बस्त है, मुकर में से मह जैसे शाही, पर उस सुगंध नूं महसूस किया जा सकता है, माणिया जा सकता है, वेख्या नहीं जा सकता। गुरु साहब जी कहते हैं गुरु ने कृपा की, आप विखा दिता, भाव के समझ दे दी। गुर पूरा विखालिया, तो किवें विखालिया जी? गुर सेवा पाई है। ये गुरु की सेवा, गुरु के सिमरन नाल पाया जा सकता है, महसूस किया जा सकता है। हुई है फुल्लां दी खिमा। आओ 1-2 मिनट होर रसना के नाल हाजिरी लवाइए, फिर समाप्ति है जी। वाहे